ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। देव गंधारी मेरो सुंदर कहो मिले कित गली हर के संत बतावो मार्ग हम पीछे लाग चली। मेरो सुंदर कहो मिले कित गली हर के संत बतावो मार्ग हम पीछे लाग चली। रहाओ प्रिय के बचन सुखाने ही रह ये चाल बनी है भली लटुरी मधुरी ठाकुर भाई ओ सुंदर हर टुल मिली। एको प्रियो सखियां सब प्रिय की जो पावे पिरसा भली नानक गरीब क्या करे बेचारा हर पावे तित राह चली। एको प्रियो सखियां सब प्रिय की जो पावे पिरसा भली नानक गरीब क्या करे बेचारा हर पावे तित राह चली। ਇਹ ਸ਼ਬਦ ਗੁਰੂ ਰਾਮਦਾਸ ਸਾਹਿਬ ਜੀ ਦੁਆਰਾ ਰਾਗ ਦੇਵਗੰਧਾਰੀ ਵਿੱਚ ਉਚਾਰਿਆ ਗਿਆ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 527 527 ਤੇ ਸੁਸ਼ੋਭਿਤ ਹੈ। ਇਹ ਦੇਵਗੰਧਾਰੀ ਰਾਗ ਦਾ ਦੂਜਾ ਹੀ ਸ਼ਬਦ ਹੈ ਤੇ ਅਸੀਂ ਵੇਖਦੇ ਹਾਂ ਕਿ ਪਹਿਲਾ ਸ਼ਬਦ ਵੀ ਗੁਰੂ ਰਾਮਦਾਸ ਸਾਹਿਬ ਜੀ ਦੁਆਰਾ ਹੀ ਉਚਾਰਿਆ ਗਿਆ ਹੈ ਤੇ ਇਹ ਦੇਖਣ ਨੂੰ ਮਿਲਦਾ ਹੈ ਕਿ ਇਹਦਾ ਮਤਲਬ ਗੁਰੂ ਨਾਨਕ ਸਾਹਿਬ ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਇਸ ਰਾਗ ਵਿੱਚ ਕੋਈ ਸ਼ਬਦ ਨਹੀਂ ਉਚਾਰਿਆ। ਡਾਇਰੈਕਟਲੀ ਗੁਰੂ ਰਾਮਦਾਸ ਸਾਹਿਬ ਜੀ ਦੇ ਸ਼ਬਦ ਆਏ ਨੇ ਇਸ ਰਾਗ ਵਿੱਚ। ਤੇ ਆਓ ਅਸੀਂ ਜਾਣਦੇ ਹਾਂ ਕਿ ਜੋ ਰਹਾਉ ਦੀ ਪੰਕਤੀ ਹੁੰਦੀ ਹੈ ਉਹ ਸ਼ਬਦ ਦਾ ਮੁੱਖ ਭਾਵ ਸ਼ਬਦ ਦਾ ਸੈਂਟਰਲ ਆਈਡੀਆ ਦੱਸਦੀ ਹੈ ਤੇ ਅਸੀਂ ਸਭ ਤੋਂ ਪਹਿਲੇ ਰਹਾਉ ਦੀ ਪੰਕਤੀ ਸਮਝਾਂਗੇ। ਪਰ ਹਾਂ ਅਸੀਂ ਇਹ ਵੀ ਜਾਣਦੇ ਹਾਂ ਕਿ ਜੇ ਅਸੀਂ ਇੱਕ ਸ਼ਬਦ ਦੇ ਅਗਲੇ ਜਾਂ ਪਿਛਲੇ ਸ਼ਬਦ ਨੂੰ ਵੇਖੀਏ ਸਾਨੂੰ ਇਹ ਸਮਝ ਆਉਂਦਾ ਹੈ ਕਿ ਟੌਪਿਕ ਕਿਹੜਾ ਚੱਲ ਰਿਹਾ ਹੈ, ਥੋੜਾ ਕੰਟੈਕਸਟ ਸਮਝ ਆ ਜਾਂਦਾ ਹੈ। ਤੇ ਇੱਕ ਕੰਮ ਕਰਦੇ ਹਾਂ, ਇਸ ਤੋਂ ਪਿਛਲਾ ਜੋ ਸ਼ਬਦ ਹੈ ਪਹਿਲੇ ਉਹ ਵੇਖਦੇ ਹਾਂ ਤਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਟੌਪਿਕ ਕੀ ਚੱਲ ਰਿਹਾ ਹੈ ਇੱਥੇ। ਇਸ ਤੋਂ ਪਿਛਲਾ ਸ਼ਬਦ ਜੋ ਹੈ ਉਹ ਰਹਾਉ ਦੀ ਪੰਕਤੀ ਹੈ। ਸੇਵਕ ਜਨ ਬਨੇ ਠਾकुर लिव लागे जो तुमरा जस कहते गुरमत ਤਿੰਨ ਮੁਖ ਭਾਗ ਸਭਾਗੇ। ਇੱਥੇ ਗੱਲ ਚੱਲ ਰਹੀ ਹੈ ਇੱਕ ਸੇਵਕ ਦੀ, ਇੱਕ ਸੇਵਕ ਜੋ ਆਪਣੇ ਠਾਕੁਰ ਦੇ ਲਿਵ ਲੱਗਣਾ ਚਾਹੁੰਦਾ ਹੈ। ਹੁਣ ਦੁਨਿਆਵੀ ਤੌਰ ਤੇ ਤੁਸੀਂ ਲੈ ਲਓ ਕਿ ਕੋਈ ਸੇਵਕ ਹੁੰਦਾ ਹੈ ਉਹ ਆਪਣੇ ਮਾਲਿਕ ਨੂੰ ਉਦੋਂ ਹੀ ਪਾਉਂਦਾ ਹੈ ਜੇ ਉਹ ਆਗਿਆਕਾਰੀ ਹੋਏ, ਉਹ ਇਮਾਨਦਾਰ ਹੋਏ, ਜੇ ਉਹ ਆਪਣੀ ਮਾਲਕ ਦੀ ਗੱਲਾਂ ਹਮੇਸ਼ਾ ਮੰਨੇ। ਤੇ ਗੁਰੂ ਸਾਹਿਬ ਵੀ ਸਾਨੂੰ ਕਈ ਐਗਜ਼ਾਮਪਲ ਦਿੰਦੇ ਨੇ, ਸਾਨੂੰ ਡੈਫੀਨੇਸ਼ਨ ਸਮਝਾਉਂਦੇ ਨੇ ਇੱਕ ਸੇਵਕ ਦੀ ਕਿ ਠਾकुर का सेवक आज्ञाकारी, ठाकुर का सेवक सदा पुजारी। ਗੁਰੂ ਸਾਹਿਬ ਦੱਸਦੇ ਨੇ ਕਿ ਇੱਕ ਸੇਵਕ, ਅਸਲ ਸੇਵਕ ਜੋ ਹੁੰਦਾ ਹੈ ਉਹ ਕਿਸ ਤਰ੍ਹਾਂ ਹੁੰਦਾ ਹੈ, ਆਗਿਆਕਾਰੀ ਹੁੰਦਾ ਹੈ ਤੇ ਸਦਾ ਪੁਜਾਰੀ। ਹੁਣ ਇੱਥੇ ਦੁਨਿਆਵੀ ਪੁਜਾਰੀ ਦੀ ਗੱਲ ਨਹੀਂ ਚੱਲ ਰਹੀ, ਇੱਥੇ ਚੱਲ ਰਹੀ ਹੈ ਸਦਾ ਪੁਜਾਰੀ, ਉਹ ਹਮੇਸ਼ਾ ਹੀ ਉਸ ਪਰਮਾਤਮਾ ਦੀ ਪੂਜਾ ਕਰੇ। ਪਰ ਉਹ ਕਿਹੜੀ ਪੂਜਾ, ਇਹ ਵੀ ਅਸੀਂ ਸਮਝਿਆ ਹੋਇਆ ਹੈ ਪਹਿਲੇ ਕਿ ਪੂਜਾ ਕੀਚੈ ਨਾਮ ਧਿਆਈਐ ਬਿਨ ਨਾਵੈ ਪੂਜ ਨਾ ਹੋਏ, ਕਿ ਬਿਨਾ ਉਸ ਪਰਮਾਤਮਾ ਦਾ ਨਾਮ ਧਿਆਏ ਪੂਜਾ ਨਹੀਂ ਹੋ ਸਕਦੀ। ਅਸੀਂ ਇਹ ਵੀ ਸਮਝਿਆ ਸੀ ਕਿ ਪੂਜਾ ਦਾ ਅਰਥ
ਭਾਈ ਕਾਨ ਸਿੰਘ ਨਾਭਾ ਵੀ ਦੱਸਦੇ ਨੇ ਕਿ ਪੂਜਾ ਦਾ ਅਰਥ ਹੈ ਰਿਸਪੈਕਟ ਕਰਨਾ, ਆਦਰ ਕਰਨਾ। ਤੇ ਜੇ ਅਸੀਂ ਕਿਸੇ ਦੀ ਰਿਸਪੈਕਟ ਕਰਦੇ ਹਾਂ ਤੇ ਸਭ ਤੋਂ ਪਹਿਲੀ ਚੀਜ਼ ਇਹ ਹੁੰਦੀ ਹੈ ਕਿ ਅਸੀਂ ਉਹਨਾਂ ਦੀ ਗੱਲ ਮੰਨੀਏ। ਹੁਣ ਆਓ ਅਸੀਂ ਪੂਜਾ ਦਾ ਮਤਲਬ ਸਮਝਿਆ ਤੇ ਪੂਜਾ ਕਿਸ ਤਰ੍ਹਾਂ ਹੁੰਦੀ ਹੈ, ਨਾਮ ਧਿਆਨ ਨਾਲ। ਤੇ ਨੈਕਸਟ ਸਮਝਦੇ ਹਾਂ ਕਿ ਨਾਮ ਧਿਆਣਾ ਕੀ ਹੁੰਦਾ ਹੈ। ਹੁਣ ਨਾਮ ਧਿਆਣਾ ਵੀ ਅਸੀਂ ਸਮਝਿਆ ਸੀ ਇੱਕ ਸ਼ਬਦ ਨੂੰ ਜਿਸ ਨੂੰ ਅਸੀਂ ਕਈ ਵਾਰੀ ਡਿਸਕਸ ਕੀਤਾ ਹੈ। ਭਗਤ ਨਾਮਦੇਵ ਜੀ ਦਾ ਜੋ ਸ਼ਬਦ ਹੈ, ਕੋਈ ਦੱਸੇਗਾ ਕਿਹੜਾ ਸ਼ਬਦ ਹੈ? ਚਲੋ ਮੈਂ ਹੀ ਕੰਟੀਨਿਊ ਕਰਦਾ ਹਾਂ। ਦੱਸਦਾ ਕੋਈ? ਆਈ ਥਿੰਕ ਅਨਮਿਊਟ ਕੀਤਾ ਕਿਸੇ ਨੇ। ओके, मैं कंटिन्यू करता हाँ। पूजा कीचे नाम ਧਿਆਈਏ। ਹਾਂਜੀ, ਪੂਜਾ ਕੀਚੈ ਨਾਮ ਧਿਆਈਏ। ਤੇ ਅਸੀਂ ਨਾਮ ਧਿਆਨ ਦਾ ਮਤਲਬ ਸਮਝਿਆ ਜੋ ਭਗਤ ਨਾਮਦੇਵ ਜੀ ਦਾ ਸ਼ਬਦ ਹੈ, ਮਨ ਰਾਮ ਨਾਮਾ ਬੇਧਿਅਲੇ ਜੈਸੇ ਕਨਿਕ ਕਲਾ ਚਿਤ ਮਾਂਡਿਅਲੇ। ਇੱਥੇ ਭਗਤ ਜੀ ਨੇ ਸਾਨੂੰ ਕਈ ਉਦਾਹਰਣ ਦਿੱਤੇ ਨੇ ਜਿਹਦੇ ਨਾਲ ਸਾਨੂੰ ਸਮਝ ਆਉਂਦਾ ਹੈ ਕਿ ਅਸਲ ਨਾਮ ਧਿਆਣਾ ਕੀ ਹੁੰਦਾ ਹੈ। ਜਿਸ ਤਰ੍ਹਾਂ ਉਹ ਸਭ ਤੋਂ ਪਹਿਲੇ ਉਦਾਹਰਣ ਤੇ ਰਹਾਉ ਦੀ ਪੰਕਤੀ 'ਚ ਹੀ ਦੇ ਦਿੰਦੇ ਨੇ ਕਿ ਜਿਸ ਤਰ੍ਹਾਂ ਇੱਕ ਸੁਨਿਆਰ ਹੁੰਦਾ ਹੈ, ਉਹ ਆਪਣੀ ਕਲਾ ਨੂੰ, ਸਪੋਜ਼ ਉਹ ਦੁਕਾਨ ਤੇ ਹੁੰਦਾ ਹੈ, ਲੋਕੀ ਆਉਂਦੇ ਜਾਂਦੇ ਰਹਿੰਦੇ ਨੇ, ਪਰ ਉਹਦਾ ਜੋ ਧਿਆਨ ਹੈ, ਚਿੱਤ ਹੈ, ਉਹ ਹਮੇਸ਼ਾ ਆਪਣੀ ਕਲਾ ਤੇ ਆਪਣੇ ਸੋਨੇ ਤੇ ਰਹਿੰਦਾ ਹੈ ਕਿ ਉਹਦਾ ਚਿੱਤ ਉਹ ਡਿਸਟਰੈਕਟ ਨਾ ਹੋ ਜਾਏ। 1 ਸੈਕਿੰਡ ਲੱਗੇਗਾ ਤੇ ਚੋਰੀ ਹੋ ਜਾਏਗੀ, ਉਹਦੀ ਸਾਰੀ ਮਿਹਨਤ ਪਾਣੀ 'ਚ ਗਈ। ਹੋਰ ਵੀ ਐਗਜ਼ਾਮਪਲ ਅਸੀਂ ਵੇਖਦੇ ਹਾਂ ਐਸੀ ਸ਼ਬਦ 'ਚ ਕਿ ਆਨੀਲੇ ਕਾਗਜ਼ काटीले गुडी आकाश मध्ये परमियले पंच जना से बात बतौआ चीत सो डोरी राखियले। कि जिस तरह एक छोटा बच्चा हुंदा है, वो मार्केट से जाके एक कागज लेके आंदा है, डोरी लेके आंदा है ते वो एक पतंग बनांदा है। फिर की करदा है, आकाश मध्य परमियले वो आसमान से अपनी पतंग ਨੂੰ ਉਡਾਂਦਾ ਹੈ। ਪੰਜ ਜਨਾਂ ਸਿਓ ਬਾਤ ਬਤauआ ਉਹ ਆਪਣੇ ਦੋਸਤਾਂ ਨਾਲ, ਸਾਰਿਆਂ ਨਾਲ ਗੱਲਾਂ ਤੇ ਕਰਦਾ ਹੀ ਹੈ, ਪਰ ਸਭ ਤੋਂ ਇੰਪੋਰਟੈਂਟ ਚੀਜ਼ ਹੈ ਚੀਤ ਸੋ ਡੋਰੀ ਰਾਖਿਆ ਲੈ। ਕਿ ਹਾਂ ਉਹ ਗੱਲਾਂ ਤੇ ਕਰ ਰਿਹਾ ਹੈ, ਪਰ ਉਹਨੂੰ ਪਤਾ ਹੈ ਕਿ ਮੇਰਾ ਚਿੱਤ ਜੋ ਹੈ ਉਹ ਉਸ ਡੋਰੀ ਤੇ ਰਹਿਣਾ ਚਾਹੀਦਾ ਹੈ, ਕਿਉਂਕਿ 1 ਸੈਕਿੰਡ लगेगा मैं डिस्ट्रैक्ट हो गया, मेरे डोरी तो चित चला गया, मतलब मैं डिस्ट्रैक्ट हो गया ਤੇ ਕੀ ਹੋਇਆ, ਮੇਰੀ ਪਤੰਗ ਕੱਟ ਗਈ, ਸਾਰੀ ਮਿਹਨਤ ਪਾਣੀ 'ਚ ਗਈ। ਇਸ ਤਰ੍ਹਾਂ ਹੋਰ ਵੀ ਕਈ ਐਗਜ਼ਾਮਪਲ ਦੇਖਦੇ ਹਾਂ ਕਿ ਸਾਨੂੰ ਇਸ ਸ਼ਬਦ ਤੋਂ ਸਮਝ ਆਉਂਦਾ ਹੈ ਕਿ ਉਸ ਪਰਮਾਤਮਾ ਦਾ ਨਾਮ ਕਿਸ ਤਰ੍ਹਾਂ ਧਿਆਣਾ ਹੈ ਕਿ ਅਸੀਂ ਆਪਣੇ ਕੰਮ ਕਰੀਏ, ਜੋ ਸਪੋਜ਼ ਪੜ੍ਹਾਈ ਕਰਨੀ ਹੈ, ਆਫਿਸ ਦੇ ਕੰਮ ਕਰਨੇ ਆ, ਉਹ ਕਰੀਏ, ਪਰ ਇੰਪੋਰਟੈਂਟ ਹੈ ਕਿ ਹਰ ਸਮੇਂ ਪੂਰਾ ਟਾਈਮ ਅਸੀਂ ਉਸ ਪਰਮਾਤਮਾ ਨੂੰ ਆਪਣੇ ਚਿੱਤ 'ਚ ਯਾਦ ਰੱਖੀਏ, ਆਪਣੀ ਸਿਮਰਤੀ 'ਚ ਰੱਖੀਏ। ਇਹਦਾ ਮਤਲਬ ਇਹ ਹੋਇਆ ਨਾਮ ਧਿਆਣਾ ਦਾ ਮਤਲਬ। ਉਸੇ ਤਰ੍ਹਾਂ ਅਸੀਂ ਫਿਰ ਤੋਂ ਇਸ ਸ਼ਬਦ ਤੇ ਆਈਏ, सेवक जन बने ठाकुर लिव लागे जो तुमरा जस कहते गुरमत इन मुख भाग सपागे। जो तुमरा जस कहते, जो ਤੁਹਾਡਾ ਨਾਮ ਤੇ ਆਂਦੇ ਨੇ, ਕਿਸ ਤਰ੍ਹਾਂ? ਗੁਰਮਤ। ਇੱਥੇ ਦੇਖੋਗੇ ਨਾ, ਗੁਰਮਤ ਦੇ ਤੱਤੇ ਨੂੰ ਸਿਆਰੀ ਹੈ, ਕਿਉਂਕਿ ਗੁਰਮਤ ਦੇ ਰਾਹੀਂ, ਗੁਰਮਤ ਦੇ ਦੁਆਰਾ ਜੋ ਤੁਮਰਾ ਜਸ ਕਹਤੇ, ਜੋ ਤੁਹਾਡਾ ਨਾਮ ਤੇ ਆਂਦੇ ਨੇ ਨਾ, ਜੋ ਅਸੀਂ ਨਾਮ ਤੇ ਆਉਣ ਦਾ ਡੈਫੀਨੇਸ਼ਨ ਸਮਝਿਆ ਹੁਣ, ਜੋ ਤੁਹਾਡਾ ਨਾਮ ਤੇ ਆਂਦੇ ਨੇ ਗੁਰੂ ਦੇ ਮਤ ਦੇ ਰਾਹੀਂ, ਤਿੰਨ ਮੁੱਖ ਭਾਗ ਸਪਾਗੇ, ਉਹਨਾਂ ਦਾ ਜੀਵਨ ਇੱਕਦਮ ਸੋਹਣਾ, ਇੱਕਦਮ ਖੁਸ਼ੀ ਤੋਂ ਭਰਿਆ ਹੋ ਜਾਂਦਾ ਹੈ। ਹੁਣ ਇੱਥੇ ਅਸੀਂ ਜੇ ਵੇਖੀਏ ਟੌਪਿਕ ਕੀ ਚੱਲਦਾ ਪਿਆ ਹੈ, ਇੱਕ ਸੇਵਕ ਹੈ, ਉਹ ਆਪਣੇ ਠਾਕੁਰ ਦੇ ਲਿਵ ਲੱਗਣਾ ਚਾਹੁੰਦਾ ਹੈ, ਤੇ ਉਹ ਕਿਸ ਤਰ੍ਹਾਂ ਉਸ ਠਾਕੁਰ ਦੇ ਲਿਵ ਲੱਗੇ। ਤੇ ਇਹਦੇ ਬਾਅਦ ਪੰਕਤੀ ਆਂਦੀ ਹੈ, ਟੂਟੇ ਮਾਇਆ ਕੇ ਬੰਧਨ ਫਾਹੇ ਹਰ ਰਾਮ ਨਾਮ ਲਿਵ ਲਾਗੇ। ਕਿ ਜਦੋਂ ਉਸ ਨਾਮ, ਉਸ ਪਰਮਾਤਮਾ ਦੇ ਨਾਮ ਤੋਂ ਲੱਗ ਜਾਂਦਾ ਹੈ, ਸਾਰੇ ਮਾਇਆ ਦੇ ਬੰਧਨ ਵੀ ਟੁੱਟ ਜਾਂਦੇ ਨੇ। ਇਸੇ ਤਰ੍ਹਾਂ ਇਸ ਟੌਪਿਕ ਨੂੰ ਕੰਟੀਨਿਊ ਕਰਦੇ ਹੋਏ ਕਿ ਇੱਥੇ ਗੱਲ ਚੱਲਦੀ ਪਈ ਕਿ ਕਿਸ ਤਰ੍ਹਾਂ ਇੱਕ ਸੇਵਕ ਇੱਕ ਠਾਕੁਰ ਦੇ ਲਿਵ ਲੱਗੇ। ਇੱਥੇ ਸਾਡੇ ਸ਼ਬਦ ਦੇ ਰਹਾਉ ਦੀ ਪੰਕਤੀ 'ਚ ਸਵਾਲ ਹੈ ਕਿ ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ। ਕਿ ਮੈਂ ਆਪਣੇ ਸੁੰਦਰ ਪ੍ਰਭੂ ਨੂੰ, ਇੱਥੇ ਸੁੰਦਰ ਪਰਮਾਤਮਾ ਪ੍ਰਭੂ ਵਾਸਤੇ ਆਇਆ ਹੈ, ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ। ਕਿ ਕਿਸ ਗਲੀ 'ਚ ਜਾ ਕੇ, ਕਿਸ ਰਸਤੇ ਤੇ ਟੁਰ ਕੇ ਮੈਨੂੰ ਮੇਰਾ ਉਹ ਸੁੰਦਰ ਪਰਮਾਤਮਾ ਪ੍ਰਭੂ ਮਿਲ ਸਕਦਾ ਹੈ। ਇੱਥੇ ਇਹ ਪੁੱਛਿਆ ਜਾ ਰਿਹਾ ਹੈ। ਹੁਣ ਇਹ ਪੰਕਤੀ ਪੜ੍ਹ ਕੇ ਇਹ ਦੇਖ ਕੇ ਕਿ ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ,
ਇਹ ਦੇਖ ਕੇ ਇਹ ਸਵਾਲ ਜਾ ਉੱਠ ਜਾਂਦਾ ਹੈ ਕਿ ਕੀ ਕਿਸੇ ਐਡਰੈਸ ਦੀ ਗੱਲ ਚੱਲਦੀ ਪਈ ਹੈ ਕਿ ਮੈਨੂੰ ਕਿਸੇ ਸਪੈਸ਼ਲ ਜਗ੍ਹਾ ਤੇ ਜਾ ਕੇ ਹੀ ਉਹ ਪਰਮਾਤਮਾ ਮਿਲ ਸਕਦਾ ਹੈ। ਪਰ ਜੇ ਅਸੀਂ ਵੇਖੀਏ ਗੁਰੂ ਸਾਹਿਬ ਨੇ ਕਈ ਜਗ੍ਹਾ ਤੇ ਸਾਨੂੰ ਇਹ ਦੱਸਿਆ ਹੈ, ਇਹ ਐਗਜ਼ਾਮਪਲਸ ਉਦਾਹਰਨ ਦਿੱਤੇ ਨੇ ਕਿ ਕਟ ਕਟ ਮੈਂ ਹਰ ਜੂ ਬਸੈ या फिर ऊभे बीठल बीठल बिन संसार ने, या फिर ले लो सबे कट राम बोले रामा बोले राम बिना को बोले रे। ਇਹ ਸਪਸ਼ਟ ਕਰ ਦਿੰਦਾ ਹੈ ਕਿ ਜੋ ਪਰਮਾਤਮਾ ਹੈ ਉਹ ਬਾਹਰ ਕਿਸੇ ਥਾਣਾ ਤੇ ਨਹੀਂ ਵਸਿਆ, ਉਹ ਸਭ ਦੇ ਅੰਦਰ, ਸਾਰਿਆਂ ਦੇ ਮਨਾਂ ਦੇ ਅੰਦਰ ਵਸਦਾ ਹੈ। ਇੱਕ ਪੰਕਤੀ ਹੈ ਜੋ ਇਹ ਬਿਲਕੁਲ ਕਲੀਅਰ ਕਰ ਦਿੰਦੀ ਹੈ, ਅਗਮ ਰੂਪ का मन में थाना। एड्रेस बिल्कुल क्लियर हो जाता है कि जो परमात्मा है ਉਹਦਾ ਥਾਨ ਕਿੱਥੇ ਹੈ, ਮਨ ਮੈਂ, ਉਹ ਸਾਰਿਆਂ ਦੇ ਮਨਾਂ ਵਿੱਚ ਵਸਦਾ ਹੈ। ਹੁਣ ਮੈਂ ਇਹ ਤੇ ਸਮਝ ਗਿਆ ਕਿ ਅਗਮ ਰੂਪ का मन में थाना, ਪਰ ਫਿਰ ਵੀ ਜੇ ਮੈਂ ਬਾਹਰ ਸਥਾਨਾਂ ਤੇ ਕਿਤੇ ਹੋਰ ਰੱਬ ਨੂੰ ਲੱਭਣ ਜਾਵਾਂ, ਫਿਰ ਪਤਾ ਹੈ ਗੁਰੂ ਕੀ ਕਹਿੰਦਾ ਹੈ? ਉਹ ਮੈਨੂੰ ਸਵਾਲ ਪੁੱਛਦਾ ਹੈ ਕਿ ਕਾਹੇ ਰੇ ਬਨ ਖੋਜਨ ਜਾਈ। वो पूछ रहा है कि तू क्यों बाहर लब्बन जा रहा है, सरब निवासी सदा अलेपा तो ही संग समाई। वो क्लियरली मैनू दस रहे ने कि जो तू जिसनू लब्बन जा रहा है ना, वो तेरे अंदर ही वसदा है, ते तू बाहर किते ना लब, वो तेरे अंदर ही वसदा है। उसी तरह इत्थे पूछया है कि मेरो सुंदर कहो मिले कित गली। इसलिए इत्थे पूछया जा रहा है कि मैं केड़े राह ते टुरा, मैं की कम करा कि मेरा उस परमात्मा प्रभु नाल मिलाप हो जाए। ठीक है, क्योंकि ਅਸੀਂ ਪਿਛਲੇ ਸ਼ਬਦ 'ਚ ਵੇਖਿਆ, ਜੋ ਤੁਮਰਾ ਜਸ ਕਹਤੇ ਗੁਰਮਤਿ ਤਿਨ ਮੁਖ ਭਾਗ ਸਪਾਗੇ। ਉਹਨਾਂ ਦੇ ਜੀਵਨ ਸੋਹਣੇ ਹੋ ਜਾਂਦੇ ਨੇ। ਮੈਂ ਵੀ ਆਪਣਾ ਜੀਵਨ ਸੋਹਣਾ ਕਰਨਾ ਚਾਹੁੰਦਾ ਹਾਂ, ਇਸ ਕਰਕੇ ਮੈਂ ਪੁੱਛ ਰਿਹਾ ਹਾਂ ਕਿ ਮੈਂ ਉਸ ਪ੍ਰਭੂ ਨੂੰ ਕਿਸ ਤਰ੍ਹਾਂ ਮਿਲਾਂ। मेरो सुंदर कहो मिले कित गली। फिर अगली पंक्ति से सानू दस देंदे ने कि हर के संत बतावो मार्ग हम पीछे लाग चली। कि हर के संत बतावो मार्ग, ਹੁਣ ਇਹ ਪੜ੍ਹ ਕੇ ਸਾਨੂੰ ਲੱਗ ਰਿਹਾ ਹੈ ਕਿ ਇੱਥੇ ਕਿਸੇ ਬੰਦੇ ਦੀ ਗੱਲ ਚੱਲ ਰਹੀ ਹੈ ਕਿ ਕੋਈ ਹੋਏਗਾ ਜੋ ਮੈਨੂੰ ਉਹ ਮਾਰਗ ਦੱਸੇਗਾ ਤੇ ਫਿਰ ਮੈਂ ਉਸ ਮਾਰਗ ਤੇ ਤੁਰ ਪਵਾਂਗਾ। ਜੇ ਅਸੀਂ ਵੇਖੀਏ ਨਾ, ਇਸ ਤਰ੍ਹਾਂ ਦੇ ਹੋਰ ਵੀ ਸ਼ਬਦ ਆਉਂਦੇ ਨੇ ਜੋ ਪੜ੍ਹ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਕਿਸੇ ਬੰਦੇ ਦੀ ਗੱਲ ਚੱਲ ਰਹੀ ਹੈ। ਜਿਸ ਤਰ੍ਹਾਂ ਅਸੀਂ ਵੇਖੀਏ ਕਿ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਜਾਂ ਫਿਰ ਭਾਈ ਰੇ ਮੋਕੋ ਕੋਈ ਆਏ ਮਿਲੇ ਹਰ ਨਾਮ ਦ੍ਰਿੜਾਵੇ, ਜਾਂ ਫਿਰ ਇਹ ਸ਼ਬਦ ਲੈ ਲਓ, ਮੇਰੇ ਭਾਈ ਜਨਾ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ, ਹਾਂ ਸਤਗੁਰ ਵਿਟੋ ਵਾਰਿਆ ਜਿਨ ਹਰ ਪ੍ਰਭ ਦਿਆ ਦਿਖਾਏ। ਹੁਣ ਇਸ ਸ਼ਬਦ ਨੂੰ ਹੀ ਲੈ ਲਓ, ਗੁਰੂ ਸਾਹਿਬ ਪਹਿਲੇ ਕਹਿੰਦੇ ਨੇ ਕਿ ਮੇਰੇ ਭਾਈ ਜਨਾ ਕੋਈ ਮੌਕਾ ਹਰ ਪ੍ਰਭ ਮੇਲ ਮਿਲਾਏ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇੱਥੇ ਇੱਕ ਬੰਦੇ ਦੀ ਗੱਲ ਚੱਲ ਰਹੀ ਹੈ, ਪਰ ਤਾਂ ਕਿ ਕੋਈ ਵੀ ਸ਼ੰਕਾ ਨਾ ਰਵੇ, ਗੁਰੂ ਸਾਹਿਬ ਨੈਕਸਟ ਪੰਕਤੀ 'ਚ ਕਲੀਅਰ ਕਰ ਦਿੰਦੇ ਨੇ ਕਿ ਹਾਂ ਸਤਗੁਰ ਵਿਟੋਂ ਵਾਰਿਆ ਜਿਨ ਹਰ ਪ੍ਰਭ ਦਿਆ ਦਿਖਾਏ। ਉਹ ਕਲੀਅਰ ਕਰਦੇ ਨੇ ਕਿ ਮੈਨੂੰ ਕੌਣ ਰਾਹ ਦਿਖਾਏਗਾ? ਸਤਗੁਰ, ਜੋ ਸੱਚਾ ਗਿਆਨ ਹੈ, ਉਹੀ ਮੈਨੂੰ ਉਹ ਰਾਹ ਦਿਖਾ ਸਕਦਾ ਹੈ ਜਿਹਦੇ ਨਾਲ ਮੈਂ ਉਸ ਪ੍ਰਭੂ ਨੂੰ ਮਿਲ ਸਕਾਂ। ਇੱਥੇ ਸਾਨੂੰ ਪੁੱਛਿਆ ਕਿ ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ। ਮੈਂ ਇੱਥੇ ਇਹ ਪੁੱਛਿਆ ਕਿ ਕਹੋ ਮਿਲੇ ਕਿਤ ਗਲੀ। ਇਸ ਸ਼ਬਦ 'ਚ ਜੇ ਅਸੀਂ ਵੇਖੀਏ, ਪਹਿਲੀ ਪੰਕਤੀ ਹੈ, ਹੋਂ ਪੰਥ ਦਸਾਈ ਨਿਤ ਖੜੀ ਕੋਈ ਪ੍ਰਭ ਦੱਸੇ ਤਿਨ ਜਾਉ। ਇੱਥੇ ਵੀ ਪੰਥ ਇੱਕ ਰਸਤੇ ਦੀ ਹੀ ਗੱਲ ਚੱਲ ਰਹੀ ਹੈ। ਤੇ ਰਹਾਉ ਦੀ ਪੰਕਤੀ 'ਚ ਸਪਸ਼ਟ ਕਰ ਦਿੰਦੇ ਨੇ ਗੁਰੂ ਸਾਹਿਬ ਕਿ ਮੇਰੇ ਭਾਈ ਜਨਾ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ, ਹੋਂ ਸਤਗੁਰ ਵਿਟੋ ਵਾਰਿਆ ਜਿਨ ਹਰ ਪ੍ਰਭ ਦਿਆ ਦਿਖਾਏ। ਕਿ ਉਹ ਇੱਕ ਸੱਚਾ ਗਿਆਨ ਹੀ ਹੈ ਜਿਹਦੇ ਦੁਆਰਾ ਮੈਂ ਉਸ ਪਰਮਾਤਮਾ ਨੂੰ ਮਿਲਣ ਦਾ ਰਸਤਾ ਵੇਖ ਸਕਾਂ। ਆਸਾ ਕੀ ਵਾਰ ਵਿੱਚ ਵੀ ਅਸੀਂ ਪੜ੍ਹਦੇ ਹਾਂ ਕਿ ਬਿਨ ਸਤਗੁਰ ਕਿਨੈ ਨਾ ਪਾਇਓ, ਬਿਨ ਸਤਗੁਰ ਕਿਨੈ ਨਾ ਪਾਇਆ। ਤੇ ਇਹ ਕਲੀਅਰ ਹੋ ਜਾਂਦਾ ਹੈ ਕਿ ਉਹ ਸੱਚੇ ਗਿਆਨ ਦੇ ਬਿਨਾਂ ਅਸੀਂ ਉਸ ਪਰਮਾਤਮਾ ਨਾਲ ਮਿਲਾਪ ਨਹੀਂ ਕਰ ਸਕਦੇ। ਵਾਪਸ ਆਪਣੇ ਸ਼ਬਦ ਤੇ ਆਈਏ ਕਿ हर के संत बतावो मार्ग हम पीछे लाग चली। ਹੁਣ ਹਰ ਕੇ ਸੰਤ ਬਤਾਵੋ ਮਾਰਗ ਅਸੀਂ ਸਮਝ ਲਿਆ ਕਿ ਇਹਦਾ ਮਤਲਬ ਹੈ ਕਿ ਉਹ ਗੁਰੂ ਦੀ ਮਤ, ਉਹ ਸੱਚਾ ਗਿਆਨ ਜੋ ਹੈ
ਉਹੀ ਮੈਨੂੰ ਇਹ ਮਾਰਗ ਦੱਸੇਗਾ, ਹਮ ਪਿੱਛੇ ਲੱਗ ਚਲੀ। ਹਮ ਪਿੱਛੇ ਲੱਗ ਚਲੀ ਕਿ ਜਦੋਂ ਮੈਨੂੰ ਉਹ ਗੁਰੂ ਦੀ ਮੱਤ ਮੈਂ ਲੈ ਲਵਾਂ, ਜਦੋਂ ਮੈਨੂੰ ਸਮਝ ਆ ਜਾਏ ਕਿ ਮੈਂ ਕਿਹੜੇ ਰਾਹ ਤੇ ਤੁਰਾਂ ਉਸ ਪਰਮਾਤਮਾ ਨੂੰ ਮਿਲਣ, ਮੈਂ ਬੜੇ ਹੀ ਨਿਮਰਤਾ ਨਾਲ ਉਸ ਰਾਹ ਤੇ ਤੁਰ ਪਵਾਂ। ਉਸ ਤਰ੍ਹਾਂ ਹੀ ਮੈਨੂੰ ਉਹ ਪਰਮਾਤਮਾ ਮਿਲ ਸਕਦਾ ਹੈ। ऐसी रहाओ दी पंक्ति, मेरो सुंदर कहो मिले कित गली, हर के संत बतावो मार्ग, हम पीछे लाग चली। ਇੱਕ ਸਮਰੀ ਜਾ ਕਰ ਲੈਂਦੇ ਹਾਂ ਰਹਾਉ ਦੀ ਕਿ ਟੌਪਿਕ ਚੱਲ ਰਿਹਾ ਹੈ ਕਿ ਇੱਕ ਸੇਵਕ ਆਪਣੇ ਮਾਲਿਕ ਨੂੰ ਉਦੋਂ ਹੀ ਰਿਝਾ ਸਕਦਾ ਹੈ ਜੇ ਉਹ ਇਮਾਨਦਾਰੀ ਨਾਲ ਤੇ ਆਗਿਆਕਾਰੀ ਹੋ ਕੇ ਕੰਮ ਕਰੇ। ਠੀਕ ਹੈ, ਇਹ ਟੌਪਿਕ ਚੱਲਦਾ ਪਿਆ ਹੈ। ਤੇ ਹੁਣ ਜੇ ਮੈਂ ਆਪਣੇ ਜੀਵਨ ਨੂੰ ਵੀ ਸੁੰਦਰ ਬਣਾਉਣਾ ਚਾਹੁੰਦਾ ਹਾਂ, ਮੈਂ ਪੁੱਛ ਰਿਹਾ ਹਾਂ ਕਿ ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ, ਮੈਂ ਆਪਣੇ ਉਸ ਪਰਮਾਤਮਾ ਪ੍ਰਭੂ ਨੂੰ ਮਿਲ ਕੇ ਹੀ ਮੇਰਾ ਜੀਵਨ ਸੁੰਦਰ ਬਣ ਸਕਦਾ ਹੈ। हर के संत बतावो मार्ग, हम पीछे लाग चली। ਹੁਣ ਕਹੋ ਮਿਲੇ ਕਿਤ ਗਲੀ ਦਾ ਵੀ ਅਸੀਂ ਸਮਝ ਲਿਆ ਕਿ ਪਰਮਾਤਮਾ ਦਾ ਐਡਰੈਸ ਕਿਤੇ ਬਾਹਰ ਕਿਸੇ ਥਾਂ ਤੇ ਨਹੀਂ, ਬਲਕਿ ਅਗਮ ਰੂਪ ਦਾ ਮਨਮੈ ਥਾਨਾ, ਸਾਡੇ ਮਨ ਦੇ ਅੰਦਰ ਹੀ ਉਸ ਪਰਮਾਤਮਾ ਦਾ ਥਾਨ ਹੈ ਤੇ ਉਹਦਾ ਐਡਰੈਸ ਹੈ। ਤੇ ਸਾਨੂੰ ਆਨਸਰ ਮਿਲਦਾ ਹੈ ਹਰ ਕੇ ਸੰਤ ਬਤਾਵੋ ਮਾਰਗ, ਹਮ ਪਿੱਛੇ ਲੱਗ ਚਲੀ। ਜੋ ਰਸਤਾ ਮੈਨੂੰ ਸੱਚਾ ਗਿਆਨ ਦੱਸਦਾ ਪਿਆ ਹੈ, ਮੈਂ ਉਸ ਰਸਤੇ ਤੇ ਤੁਰਾਂ। ਤੇ ਕਿਸ ਤਰ੍ਹਾਂ ਤੁਰਾਂ? ਬਿਨਾਂ ਚਲਾਕੀਆਂ ਦੇ, ਬਿਨਾਂ ਕਿਸੇ ਚਤੁਰਾਈ ਦੇ। ਮੈਂ ਆਪਣੀ ਮਤ ਨੂੰ ਛੱਡਦਾ, ਆਪਣੀ ਚਲਾਕੀਆਂ ਛੱਡਦਾ ਤੇ ਗੁਰੂ ਦੀ ਮਤ ਅਪਣਾ ਲਾਂ। ਕਿਸ ਤਰ੍ਹਾਂ? ਗੁਰ ਕੇ ਸ਼ਬਦ ਬਣਾਵੋ ਏ ਮਨ, ਕਿ ਮੈਂ ਗੁਰੂ ਦੀ ਸ਼ਬਦ ਨਾਲ ਹੀ ਆਪਣਾ ਮਨ ਬਣਾਵਾਂ ਤੇ ਜੋ ਮੇਰੇ ਅੰਦਰ ਫਿਰ ਗੁਣ ਆਣਗੇ ਉਹ ਪਰਮਾਤਮਾ ਦੇ ਗੁਣ ਹੋਣਗੇ। ਤੇ ਇਹੀ ਅਸੀਂ ਸਮਝਦੇ ਹਾਂ ਕਿ ਬਿਨਾਂ ਕਿਸੇ ਚਤੁਰਾਈ ਦੇ, ਬਿਨਾਂ ਕਿਸੇ ਚਲਾਕੀ ਦੇ, ਬੜੇ ਨਿਮਰਤਾ ਨਾਲ ਅਸੀਂ ਉਸ ਰਾਹ ਤੇ ਤੁਰ ਚੱਲੀਏ ਜੋ ਰਾਹ ਸਾਨੂੰ ਸੱਚਾ ਗਿਆਨ ਦੱਸਦਾ ਪਿਆ ਹੈ। ਹੁਣ ਇੱਕ ਸੈਕਿੰਡ ਵਾਸਤੇ ਰੁਕ ਕੇ ਅਸੀਂ ਇੱਕ ਦੋ ਐਗਜ਼ਾਮਪਲ ਵੇਖ ਲਈਏ ਕਿ ਮੈਂ ਚਤੁਰਾਈ ਕਰ ਰਿਹਾ ਹਾਂ ਜਾਂ ਨਹੀਂ। ਮੈਂ ਤੇ ਸੋਚਦਾ ਹਾਂ ਕਿ ਮੈਂ ਬੜਾ ਚੰਗਾ ਹਾਂ, ਪਰ ਇਹ ਲੈ ਲਓ ਕਿ ਗੁਰੂ ਸਾਹਿਬ ਕਹਿ ਰਹੇ ਨੇ ਕਿ ਤੂੰ ਕਰਮਕਾਂਡ ਛੱਡ ਦੇ। ਇਹ ਪੜ੍ਹਦੇ ਹਾਂ ਅਸੀਂ ਕਿ ਕਰਮ ਧਰਮ ਪਾਖੰਡ ਜੋ ਦਿਸੈ ਤਿਨ ਜਮ ਜਾਗਾਤੀ ਲੂਟੈ, ਜਾਂ ਫਿਰ ਗੁਰੂ ਸਾਹਿਬ ਕਹਿੰਦੇ ਨੇ ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੇ ਸਹਿਸਾ ਨਾ ਜਾਏ। ਗੁਰੂ ਸਾਹਿਬ ਕਹਿ ਰਹੇ ਨੇ ਕਿ ਕਰਮ ਕਾਂਡ ਨਾਲ ਤੇਰਾ ਕੁਝ ਨਹੀਂ ਹੋਏਗਾ, ਪਰ ਮੈਂ ਤੇ ਕਰਮ ਕਾਂਡ ਤੇ ਅਟਕਾ ਹਾਂ। ਜੇ ਮੈਂ ਅਟਕਾ ਰਿਹਾ, ਮੈਂ ਇਹ ਮੰਨਾ ਕਿ ਕੁਝ ਵੀ ਲੈ ਲਓ, ਮੈਂ ਮੰਨਾ ਕਿ ਇਹ ਪਾਠ 5 ਵਾਰੀ ਕਰਕੇ, ਇਹ ਪਾਠ 10 ਵਾਰੀ ਕਰਕੇ ਮੈਨੂੰ ਇਹ ਮਿਲੇਗਾ, ਜਾਂ ਕੁਝ ਵੀ ਲੈ ਲਓ। ਕਰਮ ਕਾਂਡ ਮੈਂ ਕਿਸ ਤਰ੍ਹਾਂ ਦੀ ਵੀ ਕਰਾਂ, ਇਹਦਾ ਮਤਲਬ ਮੈਂ ਚਤੁਰਾਈ ਕਰ ਰਿਹਾ ਹਾਂ, ਮੈਂ ਚਲਾਕੀ ਕਰ ਰਿਹਾ ਹਾਂ। ਚਲੋ ਅਸੀਂ ਰਹਾਉ ਦੀ ਪੰਕਤੀ ਤੇ ਸਮਝ ਲਈ, ਹੁਣ ਇਹਦੇ ਆਧਾਰ ਤੇ ਅਸੀਂ ਬਾਕੀ ਦਾ ਸ਼ਬਦ ਸਮਝਾਂਗੇ। ਅਗਲਾ ਬੰਦ ਹੈ, ਪ੍ਰੇਮ ਕੇ ਬਚਨ ਸੁਖਾਨੇ ਹੀਰੇ, ਇਹ ਚਾਲ ਬਣੀ ਹੈ ਭਲੀ, लटुरी मधुरी ठाकुर पाई, ओ सुंदर हर टुल मिली। प्रिय के बचन सुखाने ਹੀਅਰ ਹੈ। ਹੁਣ ਰਹਾਉ ਤੋਂ ਅਸੀਂ ਕੰਟੀਨਿਊ ਕਰਾਂਗੇ ਕਿ ਜਦੋਂ ਮੈਂ ਸਮਝ ਗਿਆ ਕਿ ਉਹ ਪ੍ਰਭੂ ਦਾ ਐਡਰੈਸ ਕਿੱਥੇ ਹੈ, ਜਦੋਂ ਉਸ ਸੱਚੇ ਗਿਆਨ ਨੇ ਮੈਨੂੰ ਉਹ ਰਸਤਾ ਦਿਖਾਤਾ, ਉਹ ਮਾਰਗ ਦਿਖਾਤਾ ਤੇ ਮੈਂ ਉਸ ਰਸਤੇ ਤੇ ਤੁਰ ਪਿਆ, ਫਿਰ ਕੀ ਹੋਇਆ? ਕਿਉਂਕਿ ਮੈਂ ਉਸ ਗੁਰੂ ਦਾ ਗਿਆਨ ਅਪਣਾ ਲਿਆ, ਆਪਣੇ ਹਿਰਦੇ ਵਿੱਚ ਵਸਾ ਲਿਆ। ਫਿਰ ਕੀ ਹੋਇਆ? ਪ੍ਰੇਮ ਕੇ ਬਚਨ ਸੁਖਾਨੇ ਹੀਅਰ ਹੈ। ਜੋ ਉਹ ਗੁਰੂ ਦਾ ਗਿਆਨ ਹੈ, ਜੋ ਸਿੱਖਿਆ ਹੈ, ਉਹ ਮੈਨੂੰ ਬੜਾ ਖੁਸ਼ੀ ਦੇਣ ਵਾਲਾ ਲੱਗਿਆ, ਬੜਾ ਚੰਗਾ ਲੱਗਿਆ। ਇੱਥੇ ਇੱਕ ਸੈਕਿੰਡ ਵਾਸਤੇ ਰੁਕਣਾ ਪਏਗਾ ਕਿ ਇਹ ਸਮਝਣਾ ਪਏਗਾ ਕਿ ਜੇ ਮੈਂ ਉਹ ਸਿੱਖਿਆ ਲੈਣੀ ਚਾਹੁੰਦਾ ਹਾਂ, ਮੈਨੂੰ ਤਾਂ ਹੀ ਉਹ ਸਿੱਖਿਆ ਅੱਛੀ ਲੱਗੇਗੀ। एक पंक्ति आंदी है, जिनके चित्त कठोर है से बहे ना सतगुर पास। ਸਾਨੂੰ ਦੱਸਿਆ ਜਾ ਰਿਹਾ ਹੈ, ਤੁਸੀਂ ਦੁਨਿਆਵੀ ਐਗਜ਼ਾਮਪਲ ਹੀ ਲੈ ਲਓ। ਸਪੋਜ਼ ਮੇਰੇ ਘਰ ਕੋਈ ਆ ਰਿਹਾ ਹੋਏ ਮਿਲਣ, ਪਰ ਮੈਂ ਉਹਨਾਂ ਨੂੰ ਮਿਲਣਾ ਨਹੀਂ ਚਾਹੁੰਦਾ। ਮੈਂ ਕੀ ਕਰਾਂਗਾ? ਆਪਣੇ ਕਮਰੇ 'ਚ ਆ ਕੇ ਦਰਵਾਜ਼ਾ ਬੰਦ ਕਰਕੇ ਬੈਠ ਜਾਵਾਂਗਾ, ਕਿਉਂਕਿ ਮੈਂ ਉਹਨਾਂ ਨੂੰ ਮਿਲਣਾ ਨਹੀਂ ਚਾਹੁੰਦਾ। ਜੇ ਮੈਂ ਗੁਰੂ ਦੀ ਸਿੱਖਿਆ ਨਹੀਂ ਲੈਣਾ ਚਾਹੁੰਦਾ ਤੇ ਮੈਂ ਗੁਰੂ ਦੇ ਪਾਸ ਬੈਠਾਂਗਾ ਹੀ। जिनके चित्त कठोर है से बहे ना सतगुर पास। या फिर
ਇਹ ਵੀ ਪੰਕਤੀ ਲੈ ਲਓ, ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਪਾਵਈ, ਕਿ ਜਿਸ ਮਨੁੱਖ ਨੂੰ ਕੂੜ ਨਾਲ ਹੀ ਪਿਆਰ ਹੈ ਉਹਨੂੰ ਗੁਰੂ ਦੀ ਗੱਲ ਚੰਗੀ ਨਹੀਂ ਲੱਗਦੀ। ਪਰ ਹਾਂ, ਇੱਥੇ ਅਸੀਂ ਵੇਖ ਰਹੇ ਹਾਂ ਕਿ ਮੈਂ ਗੁਰੂ ਦਾ ਗਿਆਨ ਅਪਣਾ ਲਿਆ ਤੇ ਕੀ ਕੀਤਾ, ਮੈਂ ਉਸ ਰਾਹ ਤੇ ਤੁਰ ਪਿਆ। ਇਸ ਕਰਕੇ ਜੋ ਪੰਕਤੀ ਆਈ ਹੈ ਕਿ ਪ੍ਰੇਮ ਕੇ ਬਚਨ ਸੁਖਾਨੇ ਹੀਰੇ, ਇਸ ਕਰਕੇ ਮੈਨੂੰ ਉਸ ਗੁਰੂ ਦਾ ਗਿਆਨ, ਉਹ ਗੁਰੂ ਦਾ ਗਿਆਨ ਬੜਾ ਚੰਗਾ ਲੱਗ ਰਿਹਾ ਹੈ। ਹੀਅਰ ਹੈ, ਇੱਥੇ ਹੀਅਰ ਹੈ ਹਿਰਦੇ ਵਿੱਚ। ਤੇ ਇਹ ਦੱਸਣ ਲਈ ਹੈ ਕਿ ਇਹ ਸਿਰਫ ਦਿਖਾਵੇ ਵਾਲਾ ਪਿਆਰ ਨਹੀਂ ਹੈ। ਪ੍ਰੇਮ ਕੇ ਬਚਨ ਸੁਖਾਨੇ ਹੀਅਰ ਹੈ, ਇਹ ਦਿਲੋਂ ਪਿਆਰ ਹੈ, ਜਿਹਨੂੰ ਅਸੀਂ ਸਮਝਦੇ ਹਾਂ ਦਿਲੋਂ ਮੁਹੱਬਤ, ਜਿਨ ਸੇ ਹੀ ਸੱਚਾ ਹੈ, ਉਹ ਵਾਲਾ ਪਿਆਰ ਹੈ। ਤੇ ਇਹਦੇ ਨਾਲ ਕੀ ਹੁੰਦਾ ਹੈ, ਜਦੋਂ ਮੈਨੂੰ ਉਹ ਪਿਆਰ, ਉਹ ਦਿਲੋਂ ਪਿਆਰ ਆ ਜਾਂਦੀ ਹੈ, ਜਦੋਂ ਮੈਨੂੰ ਉਹ ਬਚਨ, ਉਹ ਜੋ ਸਿੱਖਿਆ ਹੈ ਉਹ ਸੱਚੀ, ਮਤਲਬ ਉਹ ਐਕਚੁਅਲੀ ਮੈਨੂੰ ਚੰਗੀ ਲੱਗਦੀ ਹੈ, ਫਿਰ ਮੈਂ ਉਹ ਅਪਣਾ ਲੈਂਦਾ ਹਾਂ। ਫਿਰ ਕੀ ਕਰਦਾ ਹਾਂ, ਜੋ ਪਰਮਾਤਮਾ ਦੇ ਗੁਣ ਨੇ ਉਹ ਗੁਣ ਮੈਂ ਆਪਣੇ ਜੀਵਨ ਵਿੱਚ ਧਾਰਨ ਕਰ ਲੈਂਦਾ ਹਾਂ ਤੇ ਆਪਣਾ ਜੀਵਨ ਉਹਨਾਂ ਦੇ ਅਨੁਸਾਰ ਹੀ ਮੈਂ ਜੀਂਦਾ ਹਾਂ। ਤੇ ਕੀ ਹੁੰਦਾ ਹੈ, ਇਹ ਚਾਲ ਬਣੀ ਹੈ ਪਲੀ, ਇਹਦੇ ਨਾਲ ਮੇਰੀ ਜੋ ਜੀਵਨ ਜੀਣ ਦੀ ਜੁਗਤੀ ਹੈ, ਜੋ ਜੀਵਨ ਜੀਣ ਦਾ ਚਾਲ ਹੈ, ਉਹ ਬੜੀ ਸੋਹਣੀ ਬਣ ਜਾਂਦੀ ਹੈ। ਅਗਲੇ ਪੰਕਤੀ 'ਚ ਗੁਰੂ ਸਾਹਿਬ ਕਹਿੰਦੇ ਨੇ, ਲਟੁਰੀ ਮਧੁਰੀ ਠਾਕੁਰ ਪਾਈ, ਉਹ ਸੁੰਦਰ ਹਰ ਟੁੱਲ ਮਿਲੀ। ਹੁਣ ਇੱਥੇ ਨਾ ਉਹ ਦੁਨਿਆਵੀ ਐਗਜ਼ਾਮਪਲਸ ਦੇ ਕੇ ਸਾਨੂੰ ਸਮਝਾ ਰਹੇ ਨੇ ਕਿ ਕਿਸ ਤਰ੍ਹਾਂ ਇੱਕ ਜੀਵ ਇਸਤਰੀ ਆਪਣੇ ਪ੍ਰਭੂ ਨੂੰ ਖੁਸ਼ ਕਰਨ ਲਈ, ਅਟਰੈਕਟ ਕਰਨ ਲਈ ਕੀ ਕਰ ਸਕਦੀ ਹੈ। ਤੇ ਇੱਥੇ ਗੱਲ ਸਾਡੇ ਮਨ ਦੀ ਚੱਲ ਰਹੀ ਹੈ ਤੇ ਇਹ ਐਗਜ਼ਾਮਪਲ ਬਾਹਰਲੀ ਤੌਰ ਤੇ ਦੇ ਕੇ ਸਾਨੂੰ ਸਾਡੇ ਮਨ ਨੂੰ ਸਮਝਾਇਆ ਜਾ ਰਿਹਾ ਹੈ। ਗੁਰੂ ਸਾਹਿਬ ਕਹਿੰਦੇ ਨੇ, ਲਟੁਰੀ ਮਧੁਰੀ ਠਾਕੁਰ ਪਾਈ। ਹੁਣ ਅਸੀਂ ਸਮਝਾਂਗੇ ਲਟੁਰੀ ਤੇ ਮਧੁਰੀ ਕੀ ਹੁੰਦੇ ਹੈ। ਪਹਿਲੇ ਲਟੁਰੀ ਵੇਖਦੇ ਹਾਂ। ਤੁਸੀਂ ਐਗਜ਼ਾਮਪਲ ਲੈ ਲਓ, ਇੱਕ ਇਸਤਰੀ ਹੈ ਜੋ ਆਪਣੇ ਬਾਲਾਂ ਨੂੰ, ਜਿਹਦੇ ਬਾਲ ਬੜੇ ਉਲਝੇ ਹੋਏ ਨੇ, ਜਿਹਦੇ ਕੇਸ ਬਿਲਕੁਲ ਸੰਭਾਲੇ ਹੋਏ ਨਹੀਂ ਨੇ, ਉਹਨੂੰ ਕਹਿੰਦੇ ਨੇ ਲਟੁਰੀ। ਜਿਹਦੇ ਬਾਲ ਇੱਕਦਮ ਉਲਝੇ ਹੋਏ ਨੇ, ਕੇਸ 'ਚ ਵੱਟਾਂ ਪਏ ਹੋਏ ਨੇ, ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਲਟੁਰੀ ਮਧੁਰੀ ਠਾਕੁਰ ਪਾਈ। ਹੁਣ ਤੁਸੀਂ ਬਾਹਰਲੀ ਤੌਰ ਤੇ ਐਗਜ਼ਾਮਪਲ ਲੈ ਲਓ, ਜੇ ਇੱਕ ਇਸਤਰੀ, ਜੇ ਉਹਦੇ ਕੇਸ ਬਿਲਕੁਲ ਸੰਭਾਲੇ ਨਹੀਂ ਹੋਏ, ਇੱਕਦਮ ਉਲਝੇ ਹੋਏ ਨੇ, ਵੱਟਾਂ ਪਏ ਹੋਏ ਨੇ, ਕਿ ਉਹ ਇੱਕ ਆਪਣੇ ਪਤੀ ਨੂੰ ਕਿਸ ਤਰ੍ਹਾਂ ਅਟਰੈਕਟ ਕਰੇ, ਉसी ਤਰ੍ਹਾਂ ਉਹ ਲਟੁਰੀ ਕੀ ਹੈ, ਮੇਰੇ ਮਨ ਦੀ ਅਵਸਥਾ ਹੈ। ਉਹ ਇੱਥੇ ਗੱਲ ਸਾਡੇ ਮਨ ਦੀ ਚੱਲ ਰਹੀ ਹੈ ਕਿ ਇਹ ਲਟੁਰੀ ਮੇਰੇ ਮਨ ਦੀ ਅਵਸਥਾ ਹੈ, ਕਿ ਮੇਰਾ ਮਨ ਕਿਸ ਅਵਸਥਾ 'ਚ ਸੀ, ਇੱਕਦਮ ਉਲਝਿਆ ਹੋਇਆ ਸੀ, ਬਿਲਕੁਲ ਸੁਲਝਿਆ ਨਹੀਂ ਸੀ, ਮੇਰਾ ਮਨ ਇੱਕਦਮ ਉਲਝਿਆ ਹੋਇਆ ਸੀ। ਤੇ ਇਹਦਾ ਰੀਜ਼ਨ ਕੀ ਹੈ, ਕਿਉਂਕਿ ਉਹ ਸੁਲਝਣਾ ਹੀ ਨਹੀਂ ਚਾਹੁੰਦਾ। ਕਿਉਂਕਿ ਜੇ ਸੁਲਝਣਾ ਹੈ, ਮੈਨੂੰ ਗੁਰੂ ਦੀ ਗੱਲ ਮੰਨਣੀ ਪਏਗੀ, ਮੈਨੂੰ ਇਹ ਮੰਨਣਾ ਪਏਗਾ ਕਿ ਜੋ ਪਰਮਾਤਮਾ ਹੈ ਉਹ ਸਾਰਿਆਂ ਦੇ ਅੰਦਰ, ਮੇਰੇ ਅੰਦਰ ਹੀ ਵਸਦਾ ਹੈ। ਮੈਨੂੰ ਆਪਣੇ ਕੰਮਾਂ ਦੀ ਆਪ ਰਿਸਪੌਂਸਿਬਿਲਟੀ ਲੈਣੀ ਪਏਗੀ, ਇਸ ਕਰਕੇ ਮੈਂ ਉਲਝਿਆ ਹੋਇਆ ਹੀ ਹਾਂ। ਗੁਰੂ ਸਾਹਿਬ ਕਹਿੰਦੇ ਨੇ, ਲਟੁਰੀ ਮਧੁਰੀ ਠਾਕੁਰ ਪਾਈ। ਹੁਣ ਲਟੁਰੀ ਅਸੀਂ ਸਮਝ ਲਿਆ ਕਿ ਜੋ ਮਨ ਦੀ ਅਵਸਥਾ ਹੈ, ਜੋ ਬਹੁਤ ਹੀ ਉਲਝਿਆ ਹੋਇਆ ਮਨ ਹੈ, ਬਿਲਕੁਲ ਸੁਲਝਿਆ ਨਹੀਂ ਹੈ। ਹੁਣ ਅਸੀਂ ਸਮਝਾਂਗੇ ਮਧੁਰੀ। ਹੁਣ ਮਧੁਰੀ ਦਾ ਅਰਥ ਹੁੰਦਾ ਹੈ ਐਕਚੁਅਲ ਵਿੱਚ ਛੋਟੀ, ਪਰ ਛੋਟੀ ਕੱਦ ਵਾਲੀ। ਪਰ ਜੇ ਤੁਸੀਂ ਦੇਖੋ, ਇਹ ਬਹੁਤ ਛੋਟੀ ਦੀ ਗੱਲ ਨਹੀਂ ਚੱਲ ਰਹੀ, ਬੌਨੇ ਦੀ ਗੱਲ ਨਹੀਂ ਚੱਲ ਰਹੀ, ਇਹ ਗੱਲ ਚੱਲ ਰਹੀ ਹੈ ਇੱਕ ਕੱਦ ਦੀ ਜੋ ਮਧੁਰੀ ਐਜ਼ ਇਨ ਵਿਚਕਾਰ ਦੀ ਹਾਈਟ ਹੈ, ਮਤਲਬ ਨਾ ਲੰਬੀ ਨਾ ਬਹੁਤ ਛੋਟੀ, ਇੱਕ ਵਿਚਕਾਰ ਦੀ ਹਾਈਟ। ਗੁਰੂ ਸਾਹਿਬ ਕਹਿੰਦੇ ਨੇ ਕਿ ਮੇਰੇ ਜੋ ਮਨ ਦੀ ਅਵਸਥਾ ਹੈ ਉਹ ਇਸ ਤਰ੍ਹਾਂ ਬਣੀ ਹੋਈ ਹੈ ਕਿ ਮੈਂ ਵਿਚਕਾਰ ਹੀ ਫਸਿਆ ਹੋਇਆ ਹਾਂ, ਨਾ ਇੱਥੇ ਦਾ ਨਾ ਉੱਥੇ ਦਾ। ਇੱਕ ਪੰਕਤੀ ਨਾਲ ਕਲੀਅਰ ਹੋ ਜਾਏਗਾ, ਅਧ ਵਿੱਚ ਫਿਰੇ ਮਨਮੁਖ ਵਿਚਾਰਾ, ਗੱਲੀ ਕਿਉਂ ਸੁਖ ਪਾਵੇ। ਕਿ ਮੈਂ ਅੱਧ ਵਿੱਚ ਹੀ ਫਸਿਆ ਹੋਇਆ ਹਾਂ, ਦੁਚਿੱਤੇਪਨਾ 'ਚ ਫਸਿਆ ਹੋਇਆ ਹਾਂ, ਤੇ ਗੱਲੀ ਕਿਉਂ ਸੁਖ ਪਾਵੇ, ਕਿ ਸਿਰਫ ਗੱਲਾਂ ਨਾਲ ਕਿਸ ਤਰ੍ਹਾਂ ਉਹ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ। ਕਿਉਂਕਿ ਹੁਣ ਮੇਰੀ ਇਹ ਅਵਸਥਾ ਹੈ ਮਧੁਰੀ ਦੀ ਕਿ ਮੈਂ ਇਹ ਕਹਿਤੇ ਲਵਾਂਗਾ ਕਿ ਮੇਰਾ ਗੁਰ ਧਨ ਹੈ, ਮੈਂ ਇਹ ਕਹਿਤੇ ਲਵਾਂਗਾ, ਪਰ ਹਾਂ, ਜਦੋਂ ਉਸ ਗੁਰੂ ਦੀ ਗੱਲ ਮੰਨਣ ਦਾ ਟਾਈਮ ਆਇਆ, ਉਦੋਂ ਮੈਂ ਮੁਕਰ ਜਾਵਾਂਗਾ।
मैं कहण ਨੂੰ ਕਹਿ ਦਾਂਗਾ ਕਿ ਮੇਰਾ ਗੁਰੂ ਧਨ ਹੈ, ਪਰ ਮੈਂ ਗੱਲ ਨਹੀਂ ਮੰਨਾਂਗਾ। ਹੁਣ ਮੇਰੀ ਅਵਸਥਾ ਕਿਸ ਤਰ੍ਹਾਂ ਦੀ ਸੀ? ਲਟੁਰੀ ਤੇ ਮਧੁਰੀ। ਤੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਜਦੋਂ ਪ੍ਰੇਮ ਦੇ ਬਚਨ ਸੁਖਾਨੇ ਹੀ ਰਹੇ, ਜਦੋਂ ਮੈਂ ਉਸ ਪਰਮਾਤਮਾ ਦੇ ਬਚਨ, ਉਹ ਗੁਰੂ ਦਾ ਗਿਆਨ ਜਦੋਂ ਮੈਂ ਆਪਣੇ ਹਿਰਦੇ 'ਚ ਵਸਾ ਲਏ, ਜਦੋਂ ਮੈਂ ਆਪਣਾ ਜੀਵਨ ਉਹਨਾਂ ਦੇ ਹਿਸਾਬ ਨਾਲ ਬਤੀਤ ਕੀਤਾ, ਕੀ ਹੋਏਗਾ? ਲਟੁਰੀ ਮਧੁਰੀ ਠਾਕੁਰ ਪਾਈ। ਜੋ ਮੇਰੇ ਪਹਿਲੇ ਮਨ ਦੀ ਅਵਸਥਾ ਸੀ, ਲਟੁਰੀ ਤੇ ਮਧੁਰੀ, ਜੋ ਉਲਝਿਆ ਹੋਇਆ ਮਨ ਸੀ, ਜੋ ਦੁਚਿੱਤੇਪਨਾ 'ਚ ਫਸਿਆ ਹੋਇਆ ਮਨ ਸੀ, ਜੋ ਨਾ ਇੱਥੇ ਦਾ ਨਾ ਉੱਥੇ ਦਾ ਸੀ, ਹੁਣ ਕੀ ਹੋਏਗਾ? ਠਾਕੁਰ ਪਾਈ। ਉਹ ਹੁਣ ਮਨ ਪਰਮਾਤਮਾ ਨੂੰ ਪਾ ਜਾਏਗਾ, ਕਿਉਂਕਿ ਹੁਣ ਉਹ ਜੋ ਸਾਰੇ ਕੰਮ ਕਰੇਗਾ ਉਹ ਗੁਰੂ ਦੀ ਮਤ ਦੇ ਅਨੁਸਾਰ ਕਰੇਗਾ। ਗੁਰੂ ਸਾਹਿਬ ਕਹਿੰਦੇ ਨੇ ਲਟੁਰੀ ਮਧੁਰੀ ਠਾਕੁਰ ਪਾਈ, ਉਹ ਸੁੰਦਰ ਹਰ ਟੁਲ ਮਿਲੀ। ਉਹ ਸੁੰਦਰ ਹਰ ਟੁਲ ਮਿਲੀ। ਹੁਣ ਜੇ ਅਸੀਂ ਵੇਖੀਏ ਰਹਾਉ ਦੀ ਪੰਕਤੀ 'ਚ ਵੀ ਸੁੰਦਰ ਸ਼ਬਦ ਆਂਦਾ ਹੈ, ਪਰ ਉੱਥੇ ਆ ਰਿਹਾ ਹੈ ਮੇਰੋ ਸੁੰਦਰ, ਤੇ ਸੁੰਦਰ ਦੇ ਰਾਰੇ ਨੂੰ ਔਂਕੜ ਹੈ ਤੇ ਮੇਰੋ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਇਹ ਜੋ ਸੁੰਦਰ ਸ਼ਬਦ ਹੈ ਇਹ ਪ੍ਰਭੂ ਪਰਮਾਤਮਾ ਪ੍ਰਭੂ ਵਾਸਤੇ ਹੈ, ਤੇ ਰਾਰੇ ਨੂੰ ਔਂਕੜ ਹੈ, ਮਤਲਬ ਇਹ ਮੈਸਕੂਲਨ ਸਿੰਗੂਲਰ ਇੱਕ ਪਰਮਾਤਮਾ ਦੀ ਗੱਲ ਚੱਲ ਰਹੀ ਪਈ ਹੈ। ਜੇ ਅਸੀਂ ਇਸ ਪੰਕਤੀ 'ਚ ਵੇਖੀਏ ਆਂਦਾ ਹੈ ਉਹ ਸੁੰਦਰ ਹਰ ਟੁਲ ਮਿਲੀ। ਇੱਥੇ ਸੁੰਦਰ ਦੇ ਰਾਰੇ ਨੂੰ ਸਿਆਰੀ ਹੈ, ਔਂਕੜ ਚਲੀ ਗਈ, ਕਿਉਂਕਿ ਇੱਥੇ ਸੁੰਦਰ ਉਸ ਜੀਵ ਇਸਤਰੀ ਦੀ ਗੱਲ ਚੱਲ ਰਹੀ ਹੈ, ਕਿਉਂਕਿ ਉਹ ਸੁੰਦਰ ਹਰ ਟੁਲ ਮਿਲੀ। ਜਦੋਂ ਉਸਨੇ ਉਸ ਗੁਰੂ ਦੇ ਗਿਆਨ ਦੇ ਅਨੁਸਾਰ ਜੀਣਾ ਸਟਾਰਟ ਕਰਤਾ, ਉਹ ਸੁੰਦਰ ਬਣ ਗਈ, ਉਹਦਾ ਜੀਵਨ ਸੁੰਦਰ ਬਣ ਗਿਆ। ਹਰ ਟੁਲ ਮਿਲੀ। ਟੁਲ ਦਾ ਮਤਲਬ ਹੁੰਦਾ ਹੈ ਸ਼ੁਕਰ ਵਿੱਚ ਆ ਕੇ। ਇੱਕ ਪੰਕਤੀ ਹੈ ਜੋ ਇਹ ਕਲੀਅਰ ਕਰਦੀ ਹੈ, ਹਰ ਤੁਠੇ ਟੁਲ ਟੁਲ ਮਿਲਿਆ ਜੀਓ। ਜੇ ਅਸੀਂ ਵੇਖਾਂਗੇ ਨਾ ਇੱਥੇ ਟੁਲ ਦੇ ਲੱਲੇ ਨੂੰ ਸਿਆਰੀ ਹੈ, ਕਿਉਂਕਿ ਇੱਥੇ ਮਤਲਬ ਹੈ ਟੁਲ ਕੇ, ਕਿ ਸ਼ੁਕਰ ਵਿੱਚ ਆ ਕੇ ਉਹ ਸੁੰਦਰ ਜੀਵ ਇਸਤਰੀ ਸ਼ੁਕਰ ਵਿੱਚ ਆ ਕੇ ਉਸ ਪਰਮਾਤਮਾ ਨੂੰ ਮਿਲ ਜਾਂਦੀ ਹੈ। ਮੇਰਾ ਮਨ ਸ਼ੁਕਰ ਵਿੱਚ ਆ ਕੇ ਬੜੇ ਹੀ ਨਿਮਰਤਾ ਨਾਲ ਉਸ ਪਰਮਾਤਮਾ ਨੂੰ ਮਿਲ ਜਾਂਦਾ ਹੈ। अगले बंद वल चलिए। एको प्रयो सखियां सब प्रे की, जो पावे फिर सा पली। ਇੱਥੇ ਗੱਲ ਚੱਲਦੀ ਪਈ ਹੈ ਏਕੋ ਪ੍ਰਯੋ ਸਖੀਆਂ ਸਭ ਪ੍ਰਯੋ ਕੀ, ਕਿਉਂਕਿ ਅਸੀਂ ਇਹ ਡਿਸਕਸ ਵੀ ਕੀਤਾ ਹੈ ਕਈ ਵਾਰੀ ਕਿ ਸੱਚ ਸਭਨਾ ਦਾ ਖਸਮ ਹੈ। ਇੱਕ ਪਰਮਾਤਮਾ ਹੈ ਜੋ ਸੱਚ ਹੈ ਤੇ ਉਹ ਸਾਰਿਆਂ ਦਾ ਖਸਮ ਹੈ। ਇਸ ਪੰਕਤੀ ਤੋਂ ਵੀ ਕਲੀਅਰ ਹੋ ਜਾਂਦਾ ਹੈ ਕਿ ਇਸ ਜਗ में पुरख एक है और सगली नार सबाई, कि वो परमात्मा जो है वो एक पुरख है ते बाकी सब सखियां ने। ਇੱਥੇ ਉਹੀ ਗੱਲ ਚੱਲ ਰਹੀ ਹੈ ਕਿ ਏਕੋ ਪ੍ਰਯੋ ਸਖੀਆਂ ਸਭ ਪ੍ਰਯ ਕੀ, ਜੋ ਪਾਵੇ ਫਿਰ ਸਾ ਪਲੀ। ਕਿ ਹੁਣ ਜੇ ਅਸੀਂ ਇਹਦੇ ਵਰਡ ਮੀਨਿੰਗਸ ਲਵਾਂਗੇ, ਸ਼ਬਦ ਅਰਥ ਲਵਾਂਗੇ, ਇਹਦਾ ਮਤਲਬ ਆਂਦਾ ਹੈ ਕਿ ਜੋ ਪਾਵੇ ਫਿਰ ਸਾ ਪਲੀ, ਕਿ ਜੋ ਉਸ ਪਰਮਾਤਮਾ ਨੂੰ ਪਾ ਜਾਂਦੀ ਹੈ ਉਹੀ ਜੀਵ ਇਸਤਰੀ ਚੰਗੀ ਹੈ। ਪਰ ਅਸੀਂ ਇਸ ਨੂੰ ਇੱਕ ਦੂਜੇ ਤਰੀਕੇ ਨਾਲ ਵੇਖਾਂਗੇ, ਜੋ ਸ਼ਬਦ ਅਸੀਂ ਕਈ ਵਾਰੀ ਡਿਸਕਸ ਕੀਤਾ ਹੈ ਕਿ ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਪਾਵੇ ਤਿਸ ਦੇਈ। ਅਸੀਂ ਇਹ ਕਈ ਵਾਰੀ ਡਿਸਕਸ ਕੀਤਾ ਹੈ ਕਿ ਇੱਥੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਪਾਵੇ ਤਿਸ ਦੇਈ। ਕਿ ਜਿਸ ਮਨ ਨੂੰ ਉਹ ਦਾਤ ਚੰਗੀ ਲੱਗਣ ਲੱਗ ਜਾਂਦੀ ਹੈ, ਉਸ ਨੂੰ ਉਹ ਰੱਬ ਜੀ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲ ਹੀ ਜਾਂਦੇ ਨੇ। ਜੇ ਅਸੀਂ ਐਸੀ ਸ਼ਬਦ ਦੀ ਰਹਾਉ ਦੀ ਪੰਕਤੀ ਵੇਖੀਏ, ਉਹ ਹੈ ਹਰ ਜੀਓ ਕਿਰਪਾ ਕਰੋ तुम प्यारे, हर जियो कृपा करो तुम प्यारे। तुम प्यारे। हर जियो कृपा करो तुम प्यारे। हे प्रभु ਮੇਰੇ ਤੇ ਕਿਰਪਾ ਕਰੋ। ਤੇ ਉਹਦੇ ਨਾਲ ਕੀ ਹੋਏਗਾ? ਸਤਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਆਧਾਰੇ। ਕਿ ਉਹ ਸਤਗੁਰ, ਉਹ ਗੁਰੂ ਦੇ ਗਿਆਨ ਦੇ ਨਾਲ ਮੈਂ ਉਸ ਪਰਮਾਤਮਾ ਨੂੰ ਮਿਲ ਸਕਦਾ ਹਾਂ। ਪਰ ਉਹ ਕਦੋਂ? ਹਰ ਜਿਉ ਕਿਰਪਾ ਕਰੋ ਤੁਮ ਪਿਆਰੇ। ਪਰ ਉਹ ਉਦੋਂ ਹੀ ਜੇ ਜਿਸ ਭਾਵੇ ਤਿਸ ਦੇਈ। ਜੇ ਮੈਨੂੰ ਉਹ ਗੁਰੂ ਦਾ ਗਿਆਨ ਚੰਗਾ ਲੱਗੇ ਤਾਂ ਹੀ ਮੈਂ ਉਸ ਗੁਰੂ ਦੇ ਗਿਆਨ ਨੂੰ ਪ੍ਰਾਪਤ ਕਰਨ ਦੇ ਪਾਤਰ ਬਣਾਂਗਾ, ਤਾਂ ਹੀ ਮੇਰੇ ਉੱਤੇ ਉਸ ਗੁਰੂ ਦੀ ਕਿਰਪਾ ਹੋਏਗੀ। ਕਿ ਜਿਸ ਮਨ ਨੂੰ ਉਹ ਦਾਤ ਚੰਗੀ ਲੱਗਦੀ ਹੈ
ਉਸ ਨੂੰ ਉਹ ਰੱਬ ਜੀ ਗੁਰਪ੍ਰਸਾਦ ਗੁਰੂ ਦੇ ਕਿਰਪਾ ਦੇ ਨਾਲ ਮਿਲ ਹੀ ਜਾਂਦੇ ਨੇ। ਇਸ ਸ਼ਬਦ ਵਿੱਚ ਵੀ ਅਸੀਂ ਇਸ ਤਰ੍ਹਾਂ ਹੀ ਸਮਝਾਂਗੇ ਕਿ ਜੋ ਪਾਵੈ ਫਿਰ ਸਾ ਭਲੀ। ਜਾਂ ਫਿਰ ਇੱਕ ਹੋਰ एग्जाम्पल ले लो, पिछले शब्द ही रहाव दी पंक्ति ले लो, सेवक जन बने ठाकुर लिव लागे, जो तुमरा जस कहते गुरमत तिन मुख पाग सपाग। ਇੱਥੇ ਵੀ ਕਲੀਅਰ ਹੋ ਰਿਹਾ ਹੈ ਕਿ ਜੋ ਤੁਮਰਾ ਜਸ ਕਹਤੇ ਗੁਰਮਤ, ਜੋ ਗੁਰੂ ਦੇ ਮਤ ਰਾਹੀਂ ਤੁਹਾਡਾ ਨਾਮ ਧਿਆਉਂਦੇ ਨੇ, ਤੁਹਾਡੇ ਗੁਣ ਆਪਣੇ ਜੀਵਨ 'ਚ ਵਸਾਉਂਦੇ ਨੇ, ਤਿੰਨ ਮੁਖ ਭਾਗ ਸਪਾਗੇ, ਉਹਨਾਂ ਦੇ ਜੀਵਨ ਆਪਣੇ ਆਪ ਹੀ ਵੱਡੇ ਭਾਗ ਵਾਲੇ ਬਣ ਜਾਂਦੇ ਨੇ। ਇੱਥੇ ਜੇ ਅਸੀਂ ਗੁਰੂ ਦਾ ਗਿਆਨ ਅਪਣਾ ਲਈਏ ਤਾਂ ਅਸੀਂ ਆਪ ਉਸ ਪਰਮਾਤਮਾ ਦੇ ਪਿਆਰ ਦੇ ਪਾਤਰ ਬਣ ਜਾਂਦੇ ਹਾਂ। ਏਕੋ ਪ੍ਰਿਯ ਸਖੀਆਂ ਸਭ ਪ੍ਰਿਯ ਕੀ, ਜੋ ਭਾਵੈ ਫਿਰ ਸਾ ਭਲੀ, ਨਾਨਕ ਗਰੀਬ ਕਿਆ ਕਰੇ ਵਿਚਾਰਾ, ਹਰ ਭਾਵੈ ਤਿਤ ਰਾਹ ਚਲੀ। ਇੱਥੇ ਅਸੀਂ ਜਿਸ ਤਰ੍ਹਾਂ ਵੇਖਿਆ ਕਿ ਬੜੀ ਨਿਮਰਤਾ ਨਾਲ ਉਸ ਪ੍ਰਭੂ ਦੇ ਰਾਹ ਤੇ ਤੁਰਨ ਦੀ ਗੱਲ ਚੱਲਦੀ ਪਈ ਹੈ। ਗੁਰੂ ਸਾਹਿਬ ਵੀ ਬੜੇ ਨਿਮਰਤਾ ਨਾਲ ਕਹਿੰਦੇ ਨੇ, ਨਾਨਕ ਗਰੀਬ ਕਿਆ ਕਰੇ ਵਿਚਾਰਾ। ਤੁਸੀਂ ਵੇਖੋਗੇ ਤੇ ਗਰੀਬ ਦੇ ਬੱਬੇ ਨੂੰ ਔਂਕੜ ਆਇਆ ਕਿਉਂਕਿ ਇਹ ਵਿਸ਼ੇਸ਼ਣ ਨਾਨਕ ਵਾਸਤੇ ਹੈ ਤੇ ਉਹ ਕਾਪੀ ਕੈਟ ਹੈ। ਜਿਸ ਤਰ੍ਹਾਂ ਅਸੀਂ ਵੇਖਿਆ ਹੈ, ਨਾਨਕ ਗਰੀਬ ਕਿਆ ਕਰੇ ਵਿਚਾਰਾ, ਹਰ ਭਾਵੈ ਤਿਤ ਰਾਹ ਚਲੀ। ਹੁਣ ਇੱਥੇ ਕਹਿੰਦੇ ਨੇ ਕਿ ਹਰ ਭਾਵੈ ਤਿਤ ਰਾਹ ਚਲੀ। ਜਿਸ ਤਰ੍ਹਾਂ ਅਸੀਂ ਰਹਾਉ ਦੀ ਪੰਕਤੀ 'ਚ ਸਮਝਿਆ ਕਿ ਇੱਕ ਸਵਾਲ ਸੀ ਕਿ ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ। ਸਵਾਲ ਸੀ ਕਿਤ ਗਲੀ। ਇੱਥੇ ਵੀ ਸਾਨੂੰ ਦੱਸਦੇ ਨੇ ਹਰ ਭਾਵੈ ਤਿਤ ਰਾਹ ਚਲੀ। ਇੱਥੇ ਵੀ ਆਨਸਰ ਕਲੀਅਰ ਹੋ ਗਿਆ ਕਿ ਤੂੰ ਉਸ ਰਾਹ ਤੇ ਤੁਰ ਜੋ ਹਰੀ ਨੂੰ ਪਾਉਂਦਾ ਹੈ, ਜੋ ਉਸ ਗੁਰੂ ਦੀ ਗਿਆਨ ਦੇ ਹਿਸਾਬ ਨਾਲ ਹੀ ਤੂੰ ਉਸ ਰਾਹ ਤੇ ਤੁਰ, ਜੋ ਸਤਿਗੁਰ, ਜੋ ਸੱਚਾ ਗੁਰ ਤੈਨੂੰ ਰਾਹ ਦਿਖਾਉਂਦਾ ਪਿਆ ਹੈ। ਪਰ ਹਾਂ, ਇੱਕ ਗੱਲ ਹੈ ਕਿ ਤੂੰ ਜੇ ਉਸ ਰਾਹ ਤੇ ਤੁਰਨਾ ਚਾਹੁੰਦਾ ਹੈ, ਤੈਨੂੰ ਆਪਣੀ ਮਤ ਛੱਡਣੀ ਪਏਗੀ ਤੇ ਉਹ ਗੁਰੂ ਦੀ ਮਤ ਲੈਣੀ ਪਏਗੀ ਤੇ ਬੜੀ ਹੀ ਨਿਮਰਤਾ ਨਾਲ, ਬਿਨਾਂ ਚਲਾਕੀਆਂ ਦੇ ਤੈਨੂੰ ਉਸ ਰਾਹ ਤੇ ਤੁਰਨਾ ਪਏਗਾ। ਤੇ ਜੇ ਤੂੰ ਉਹ ਕੀਤਾ ਤੇ ਫਿਰ ਕੀ ਹੋਏਗਾ? ਅਸੀਂ ਵੇਖਦੇ ਹਾਂ, ਜਿਸ ਤਰ੍ਹਾਂ ਅਸੀਂ ਪਿਛਲਾ ਸ਼ਬਦ ਵੇਖਿਆ ਕਿ ਪਹਿਲੇ ਗੁਰੂ ਸਾਹਿਬ ਐਗਜ਼ਾਮਪਲ ਦੇ ਰਹੇ ਨੇ ਕਿ ਇੱਕ ਸੇਵਕ ਹੈ ਜੋ ਪਰਮਾਤਮਾ ਨਾਲ, ਜੋ ਆਪਣੇ ਠਾਕੁਰ ਨਾਲ ਲਿਵ ਲਗਾ ਲੈਂਦਾ ਹੈ। ਇਸ ਸ਼ਬਦ 'ਚ ਅਸੀਂ ਵੇਖਿਆ ਗੁਰੂ ਸਾਹਿਬ ਦੱਸਦੇ ਨੇ ਕਿ ਕਿਸ ਤਰ੍ਹਾਂ ਅਸੀਂ ਬਿਨਾਂ ਕਿਸੇ ਚਲਾਕੀ ਦੇ, ਜੇ ਅਸੀਂ ਗੁਰੂ ਦੇ ਰਾਹ ਤੇ ਟੁਰੀਏ, ਅਸੀਂ ਪਰਮਾਤਮਾ ਨੂੰ ਮਿਲ ਸਕਦੇ ਹਾਂ। ਫਿਰ ਇਹੀ ਪ੍ਰਕਰਨ ਅੱਗੇ ਵਧਾਉਂਦੇ ਹੋਏ ਗੁਰੂ ਸਾਹਿਬ ਬੜੀ ਸੋਹਣੀ ਤਰੀਕੇ ਨਾਲ ਕਹਿੰਦੇ ਨੇ ਅਗਲੇ ਸ਼ਬਦ ਵਿੱਚ ਕਿ ਜਦੋਂ ਮੈਂ ਉਸ ਪਰਮਾਤਮਾ ਦੇ ਰਾਹ ਤੇ, ਜਦੋਂ ਮੈਂ ਸੱਚੇ ਗਿਆਨ ਦੇ ਰਾਹ ਤੇ ਤੁਰਿਆ, ਫਿਰ ਕੀ ਹੋਇਆ? ਮੇਰਾ ਮਨ ਉਸ ਪਰਮਾਤਮਾ ਦੇ ਰੰਗ ਵਿੱਚ ਸਦਾ ਵਾਸਤੇ ਹਮੇਸ਼ਾ ਲਈ ਵਿੰਜ ਗਿਆ। ਗੁਰੂ ਸਾਹਿਬ ਕਹਿੰਦੇ ਨੇ, ਮੇਰੇ ਮਨ ਮੁਖ ਹਰ 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 ਬੋਲੀਐ, ਗੁਰਮੁਖ ਰੰਗ ਚਲੂਲੇ ਰਾਤੀ, ਹਰ ਪ੍ਰੇਮ ਪੀਣੀ ਚੋਲੀਐ। ਪਰ ਹਾਂ, ਇੱਥੇ ਇੱਕ ਕੰਡੀਸ਼ਨ ਹੈ ਕਿ ਮੈਂ ਆਪਣੀ ਮਤ, ਆਪਣੀ ਚਲਾਕੀਆਂ ਸਭ ਛੱਡ ਦਵਾਂ ਤੇ ਗੁਰੂ ਦੀ ਮਤ ਲੈ ਲਵਾਂ, ਕਿਉਂਕਿ ਗੁਰ ਕੇ ਸ਼ਬਦ ਬਣਾਵੋ ਇਹ ਮਨ। ਜੇ ਮੈਂ ਗੁਰੂ ਦੇ ਗਿਆਨ ਰਾਹੀਂ ਆਪਣਾ ਮਨ ਬਣਾਵਾਂ, ਮੇਰਾ ਜੋ ਜੀਵਨ ਹੈ ਮੈਂ ਗੁਰੂ ਦੀ ਸਿੱਖਿਆ ਰਾਹੀਂ, ਗੁਰੂ ਦੀ ਸਿੱਖਿਆ ਦੇ ਨਾਲ ਹੀ ਜੀਵਨ ਜੀਆਂ, ਤਾਂ ਹੀ ਮੈਂ ਉਸ ਪਰਮਾਤਮਾ ਨੂੰ ਮਿਲ ਸਕਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।